हेलो एवरीवन, वेलकम यू ऑल इन योर ओन चैनल लर्न एवरीथिंग। सो ਅਸੀਂ ਕਰ ਰਹੀ ਸੀ ਸਟ੍ਰੇਟ ਲਾਈਨ। ਹੁਣ ਸਟ੍ਰੇਟ ਲਾਈਨ ਦੇ ਜੋ ਮਾਸਟਰ ਕਿਟ ਦੇ ਕੁਐਸਚਨ ਨੇ ਉਹ ਕਰਾਂਗੇ। ਜਿਹੜਾ ਤੁਹਾਡਾ ਇੱਕ ਟੈਸਟ ਹੋਏਗਾ ਤੁਸੀਂ ਇਹਨੂੰ ਅਟੈਂਪਟ ਕਰ ਲੈਣਾ ਪਹਿਲਾਂ ਚੰਗੀ ਤਰ੍ਹਾਂ, ਠੀਕ ਹੈ। ਆਪਣੇ ਆਪਸ਼ਨ ਜਿਹੜੇ ਆ ਕੀ ਹੈਗੇ ਆ, ਮੈਂ ਤੁਹਾਨੂੰ ਜਿਹੜੇ ਤਾਂ ਵੀ ਰੈਗੂਲਰ ਫੋਲੋ ਕਰਦੇ ਉਹਨਾਂ ਨੂੰ ਤਾਂ ਪਤਾ ਹੀ ਹੈ ਕਿੱਦਾਂ ਟੈਸਟ ਦੇਣਾ। ਬਾਕੀ ਜਿਹੜੇ ਨਿਊ ਹੈਗੇ ਉਹਨਾਂ ਨੂੰ ਮੈਂ ਦੱਸ ਦਿੰਨੀ ਆ ਕਿ ਤੁਸੀਂ ਸਕਰੀਨਸ਼ਾਟ ਲੈ ਲੈਣਾ ਹੈ, ਉਸ ਤੋਂ ਬਾਅਦ ਕੁਐਸਚਨਸ ਨੂੰ ਆਰਾਮ ਨਾਲ ਕਰਨਾ ਹੈ। ਉਸ ਤੋਂ ਬਾਅਦ ਮੈਂ ਸਮਝਾਣੇ ਆ, ਤੁਸੀਂ ਨਾਲ ਮੈਚ ਕਰਨੇ ਆ ਤੇ ਫਿਰ ਕਮੈਂਟ ਬਾਕਸ 'ਚ ਆਪਣੇ ਨੰਬਰ ਜ਼ਰੂਰ ਦੱਸਣੇ ਆ ਕਿ ਤੁਹਾਨੂੰ ਕਿੰਨਾ ਸਮਝ ਆਉ ਤਾਂ ਪਤਾ ਲੱਗੇਗਾ, ਠੀਕ ਹੈ। ਤੁਹਾਨੂੰ ਵੀ ਆਪਣੀ ਇਵੈਲੂਏਸ਼ਨ ਹੋਏਗੀ, ਕਲੀਅਰ। ਸੋ ਓਨੈਸਟਲੀ ਤੁਸੀਂ ਕਰਨਾ। ਲੈਟਸ ਟੇਕ ਸਕਰੀਨਸ਼ਾਟ। ਓਕੇ, ਸੋ ਹੁਣ ਜਿਹਨਾਂ ਨੇ ਕੁਐਸਚਨਸ ਕਰ ਲਏ ਆ ਉਹ ਮੇਰੇ ਨਾਲ ਸਾਰੇ ਆਨਸਰ ਜਿਹੜੇ ਆ ਉਹ ਮੈਚ ਕਰਨਗੇ, ਠੀਕ ਹੈ। ਜਿਹੜੇ ਨਹੀਂ ਕੁਐਸਚਨ ਸਮਝ ਆਏ ਸੀ ਤੁਹਾਨੂੰ ਉਹ ਨਾਲੇ ਸਮਝ ਆ ਜਾਣਗੇ, ਕਲੀਅਰ। So first is the angle between line 2x minus y plus 3 equal to 0 and x plus 2y plus 3 equal to 0. Option है π/2 and π/4. सारे ਨੂੰ ਪਤਾ एंगल पता ਕਰਨ ਦਾ ਫਾਰਮੂਲਾ ਕੀ ਹੈ, tan theta is equals to m1 minus m2 upon 1 plus m1 into m2. Okay, m1 ਕਿੱਦਾਂ ਕੱਢਾਂਗੇ? slope minus coefficient of x upon coefficient of y. coefficient of x ਕਿੰਨਾ ਹੈ ਇਥੋਂ 2, coefficient of y ਕਿੰਨਾ ਆ 1 माइनस y। फार्मूला कितना माइनस कॉफिशिएंट ऑफ x अपॉन कॉफिशिएंट ऑफ y, यानी कितना आ गया इथों 2। यानी पहली स्लोप m1 ਦਾ ਕਿੰਨੀ ਆ ਗਈ ਸਾਡੇ ਕੋਲ 2। ਹੁਣ स्लोप m2 ਦੇਖ ਰਹੇ ਹਾਂ क्योंकि कॉफिशिएंट ऑफ माइनस कॉफिशिएंट ऑफ x कॉफिशिएंट ऑफ y कितनी आ गई -1/2। सो वैल्यू पुट कर दी 2 - 1/2 1 + 2 * 1 -1/2। पूरा 2 कैंसिल हो जाएगा, 1 - 1 कितना आ जाएगा 0। 1 किसी दे भी अपॉन 0 की ਹੁੰਦਾ इन्फिनिटी, ठीक है, इनफाइनाइट। ਤੇ tan थीटा ਸਾਡੇ ਕੋਲ ਇੱਥੇ ਕੀ ਆ ਗਿਆ ਇਨਫਾਈਨਾਈਟ, ਤੇ tan थीटा ਕਿੰਨੇ ਦਾ ਇਨਫਾਈਨਾਈਟ ਹੁੰਦਾ π/2 ਤੇ। ਸੋ ਆਪਸ਼ਨ A ਇਜ਼ ਕਰੈਕਟ। ਨੈਕਸਟ ਸਮ ਕਰਦੇ ਹਾਂ। ओके, नेक्स्ट सम है द इक्वेशन ऑफ स्ट्रेट लाइन मेकिंग इक्वल इंटरसेप्ट ऑन द एक्सिस। इक्वल इंटरसेप्ट बन रहे ने, ਤੇ ਜੇ ਇਧਰ ਨੂੰ ਇੰਟਰਸੈਪਟ A ਹੈਗਾ ਤੇ ਇਧਰ ਨੂੰ ਵੀ ਕੀ ਹੈਗਾ A। ਲੈਟਸ ਸੇ ਇਹ ਵੀ A ਹੈਗਾ ਤੇ ਇਹ ਵੀ A ਹੈਗਾ। ਤੇ ਇੰਟਰਸੈਪਟ ਦੀ ਇਕੁਏਸ਼ਨ ਕੀ ਹੁੰਦੀ ਪਤਾ ਹੈ, x ਦਾ ਇੰਟਰਸੈਪਟ ਪਲੱਸ y ਦਾ ਇੰਟਰਸੈਪਟ ਇਕੁਅਲ ਟੂ 1। ਤੁਸੀਂ A B ਜੋ ਮੰਨਣਾ ਮੰਨ ਸਕਦੇ ਹੋ। ਇੰਪਲਾਈਜ਼ ਟੂ ਇਥੋਂ x + y ਇਕੁਅਲ ਟੂ ਕੀ ਆ ਗਿਆ A। ਸੋ ਇਹ ਤਾਂ ਬਣ ਗਈ ਇਕੁਏਸ਼ਨ ਉਸ ਲਾਈਨ ਦੀ ਜਿਹਦੇ ਇਕੁਅਲ ਇੰਟਰਸੈਪਟ ਹੁੰਦੇ ਆ, ਠੀਕ ਹੈ। ਦੈਨ ਉਹਨੇ ਕਿਹਾ ਐਂਡ ਪਾਸਿੰਗ ਥਰੂ ਪੁਆਇੰਟ 3 ਐਂਡ 2 ਦੇ ਵਿੱਚੋਂ ਪਾਸ ਕਰੀਏ। ਪਾਸਿੰਗ ਪੁਆਇੰਟ ਪਾਸ ਕਰਾ ਦੋ 3 ਤੇ 2 ਦੇ ਵਿੱਚੋਂ। x ਤੇ y जगह ਕੀ ਆ ਜਾਏਗਾ 3, x जगह 3 ਆ ਜਾਏਗਾ, y जगह 2 ਇਕੁਅਲ ਟੂ A ਇੰਪਲਾਈਜ਼ ਟੂ ਇਥੇ A ਦੀ ਵੈਲਿਊ ਕਿੰਨੀ ਆ ਗਈ 5। 3 + 2 5 ਨੇ ਪਾਸ ਕਰਵਾ ਦਿੱਤਾ ਸੀ ਇਸ ਲਾਈਨ ਨੂੰ। ਸੋ 5 ਜਿਹੜੇ ਇੱਥੇ ਪੁੱਟ ਕਰ ਦੋ, A ਦੀ ਵੈਲਿਊ 5 ਇੱਥੇ ਪੁੱਟ ਕਰ ਦਿੱਤੀ ਤੇ ਇਕੁਏਸ਼ਨ ਕੀ ਬਣ ਜਾਏਗੀ x + y = 5। ਕਲੀਅਰ। ਸੋ ਆਨਸਰ ਕੀ ਆਏਗਾ ਦਾ ਆਪਸ਼ਨ ਨੰਬਰ ਅਗੇਨ A ਇਜ਼ ਕਰੈਕਟ। ਫਸਟ 2 ਸਮ ਹੋ ਗਏ ਈਜ਼ੀਲੀ, ਬਹੁਤ ਈਜ਼ੀ ਸੀਗੇ। ਨੈਕਸਟ ਕਰਦੇ ਆ, ਇਹ ਮਾਸਟਰ ਕਿਡ ਚ ਆਲਰੇਡੀ ਆਏ ਹੋਏ। नेक्स्ट क्वेश्चन इज इफ अ लाइन विद y इंटरसेप्ट 2। ओके, एक लाइन है ਜਿਹਦਾ y इंटरसेप्ट 2 है, दैट मींस पॉइंट मिलेंगे ना y ਤੇ ਕੱਟਿਆ ਹੋਊਗਾ 2 ਤੇ, ਯਾਨੀ 0 2 ਪੁਆਇੰਟ ਹੋਣਗੇ। ਐਂਡ ਪਰਪੈਂਡੀਕੂਲਰ ਟੂ ਅ ਲਾਈਨ ਗਿਵਨ ਲਾਈਨ ਹੈਗੀ ਹੈ ਸਾਡੇ ਕੋਲ 3x - 2y = 6। ਇਹਦੇ ਪਰਪੈਂਡੀਕੂਲਰ ਆ। ਪਰਪੈਂਡੀਕੂਲਰ ਲਾਈਨ ਦੀ ਇਕੁਏਸ਼ਨ ਕਿੱਦਾਂ ਬਣਦੀ? ਬਹੁਤ ਈਜ਼ੀ, ਤੁਹਾਨੂੰ ਦੱਸੀ ਹੋਈ ਆ। ਸਿਰਫ ਤੁਸੀਂ ਕੋਐਫੀਸ਼ੀਐਂਟ ਚੇਂਜ ਕਰਨੇ ਤੇ ਸੈਂਟਰ ਵਾਲਾ ਸਾਈਨ ਚੇਂਜ ਕਰਨਾ, प्लस a लिख देना। इदी बनाई थी परपेंडिकुलर दी, मैं एक वीडियो च पैरेलल परपेंडिकुलर दी बनानियां सिखाईयां सी कि कोएफिशिएंट जस्ट चेंज करने तुसी ते सेंटर वाला साइन चेंज करना। ओके, ये पास के चो कर रही हां 0 2 चो ते बना दिए की बनेगा 0 पुट करांगे 2 पुट करांगे यानी कि 6। k दी वैल्यू साडे की आ जाएगी -6। क्लियर। k दी वैल्यू इथे पुट कर दी ਆਪਾਂ -6, यानी कि साडे कोई इक्वेशन की बन गई है 2x + 3y = 6। सारी मैं 6 ਨਾਲ डिवाइड कर दूंगा तो व्हाट आई विल गेट x upon 3 + y upon 2 = 1। सो इंटरसेप्ट फॉर्म बन गई कि x ਦਾ इंटरसेप्ट 3 ਤੇ ਆ, y ਦਾ ਕਿੰਨੇ ਤੇ ਆ 2 ਤੇ ਆ। ਸਾਨੂੰ ਉਹਨੇ ਕਿਹਦਾ ਪੁੱਛਿਆ ਇਟਸ x ਇੰਟਰਸੈਪਟ ਕਿੰਨੇ ਤੇ ਆ ਗਿਆ 3 ਤੇ। ਸੋ ਕਿੰਨਾ ਈਜ਼ੀ ਸੀਗਾ ਨਾ, ਬਸ ਉਹਨੇ ਕਿਹਾ ਇੱਕ ਲਾਈਨ ਆ y ਇੰਟਰਸੈਪਟ ਦਿੱਤਾ ਪਰਪੈਂਡੀਕੂਲਰ ਇਸ ਲਾਈਨ ਦੇ ਪਰਪੈਂਡੀਕੂਲਰ ਆ, ਉਹਦੇ ਪਾਸਿੰਗ ਪੁਆਇੰਟ ਦਿੱਤੇ ਸੀ, ਉੱਥੋਂ k ਦੀ ਵੈਲਿਊ ਨਿਕਲ ਗਈ। ਤੇ ਮੈਂ ਇੰਟਰਸੈਪਟ ਪਤਾ ਕਰਨੀ ਸੀ, ਮੈਂ ਇੰਟਰਸੈਪਟ ਫਾਰਮ ਚ ਉਹਨੂੰ ਲਿਖ ਲਿਆ ਇਕੁਏਸ਼ਨ ਨੂੰ। ਕੀ ਔਖਾ ਹੈ, ਠੀਕ ਹੈ। ਸੋ ਨੈਕਸਟ ਸਮ ਕਰਦੇ ਹਾਂ। नेक्स्ट इज एक लाइन पासिंग थ्रू द पॉइंट P। एक लाइन ना पासिंग करी पॉइंट P दे विचों सच दैट P बाइसेक्ट द लाइन सेगमेंट इंटरसेप्ट बिटवीन द एक्सिस। ओके, कि
ਜਿਹੜੀ ਐਕਸਿਸ ਦੇ ਵਿੱਚ ਕੋਈ ਇੰਟਰਸੈਪਟ ਹੈਗਾ ਉਹਨੂੰ P ਪੁਆਇੰਟ ਕੀ ਕਰ ਰਿਹਾ, ਜਿਹੜਾ P ਪੁਆਇੰਟ ਹੈਗਾ 1 ਤੇ 2 ਉਹ ਬਾਈਸੈਕਟ ਕਰ ਰਿਹਾ। ਬਾਈਸੈਕਟ ਮਤਲਬ ਪਤਾ ਨਾ, ਉਹਨੂੰ ਸੈਂਟਰ ਦੇ ਵਿੱਚੋਂ ਕੱਟ ਰਿਹਾ। ਇੰਟਰਸੈਪਟ ਹੈਗੇ A0 ਐਂਡ 0B, ਇਦਾਂ ਹੀ ਲਿਖਦੇ ਆਪਾਂ। ਹੁਣ ਇਹ ਬਾਈਸੈਕਟ ਕਰ ਰਿਹਾ, ਮੈਂ ਤੁਹਾਨੂੰ ਇਦਾਂ ਦਾ ਕਰਾਇਆ ਕਿੱਦਾਂ ਕਰਦੇ ਹੁੰਦੇ, ਕਿੱਦਾਂ ਆਪਾਂ ਪੁਆਇੰਟਸ ਕਿੱਦਾਂ ਕੱਢਦੇ ਹੁੰਦੇ ਆ। a x1 plus x2 upon 2 is equals to वाला पॉइंट निकल गया, कॉमा y1 plus y2 upon वाला 2 is equals to पॉइंट। क्लियर, बाइसेक्ट कर रहे हैं ना, तो बाइसेक्ट पॉइंट निकलते कितना होंगे, x1 plus x2 upon 2 ये वाला पॉइंट, y1 plus y2 upon 2 इक्वल टू ये वाला पॉइंट। यानी तो a आ गया 2 ते b कितना आ गया 4। ठीक है जी। सो इंटरसेप्ट निकल गया साडे को, a आ गया 2 b आ गया 4। सो इक्वेशन की बनेगी x upon 2 plus y upon 4 is equals to 1, यही बनेगी। इन्हों सही करके जे असी करिए सारे इन्हों 4 ना मल्टीप्लाई कर दिए तो की बन जाएगा इत्थे 2x plus y minus 4 equal to 0। ये लाइन बन गई इक्वेशन, इस लाइन की इक्वेशन निकल गई साडे को 2x plus y minus 4 equal to 0। ओके, पता है की करना सी, परपेंडिकुलर डिस्टेंस इस लाइन का ओरिजिन तो डिस्टेंस पता करना कढ़ना आंदा है। तुसीं डिस्टेंस किद्दां कढ़दे, किसी लाइन का किसी डिस्टेंस पॉइंट तो किद्दां डिस्टेंस कढ़दे। परपेंडिकुलर डिस्टेंस वाली एक अलग वीडियो बनाई हुई है, तुसीं उत्थों देख सकते हो। जिन्हां नूं नहीं क्लीयर की करदे हुंदे सी आपां वो पॉइंट्स उपर लाई करांदे ही। ये लाई करा दो पॉइंट इत्थे 0 0 इत्थे बच जाएगा 4 अपॉन कोएफिशिएंट ऑफ x का स्क्वायर कोएफिशिएंट ऑफ y का स्क्वायर, 2 का स्क्वायर हो जाएगा 4 प्लस y का स्क्वायर 1। ठीक है, सो आ गया 4 अपॉन √5, क्योंकि मोड चो हर एक चीज वैल्यू पॉजिटिव होकर निकल गई। क्लियर, सो आंसर इज 4 अपॉन √5। क्लियर, जिन्होंने ये चीज़ां नवीं लानियां प्लीज वो वीडियो सारियां देखनी, क्योंकि मैं ज्यादा एक्सप्लेन नहीं करना है, मैं जस्ट तुहानूं आइडिया देना इत्थे हर एक चीज का। क्वेश्चन कॉन्सैप्ट तो ही होने हैं, जे तुसीं सारियां चीज़ां समझोगे कि हाँ परपेंडिकुलर दी किद्दां इक्वेशन बनदी आ, परपेंडिकुलर डिस्टेंस कड्ढण दा की फार्मूला, डायरैक्ट फार्मूलेस दे विचों ही क्वेश्चंस जिहड़े आ तुहाडे बनदे आ। क्लियर, सो नेक्स्ट जो आप क्वेश्चन देखते हैं, ये वाला क्वेश्चन हो गया साडे को। अगेन आंसर ये सीगा साडे को, ओरिजिन तो डिस्टेंस पता करने क्या सी, इसलिए मैं 0 0 पॉइंट ले सी। क्लियर, लाइन ते पॉइंट दे विच डिस्टेंस किद्दां पता करीदा, ओही वाला अप्लाई कीता। ठीक है, द लाइन दित्ती सानू कट द x एक्सिस एट पॉइंट P, द इक्वेशन ऑफ लाइन थ्रू P परपेंडिकुलर टू अ गिवन लाइन इज। ओके, एक लाइन दित्ती है x अपॉन a माइनस वाई अपॉन बी। ध्यान है देखो, x अपॉन a माइनस वाई अपॉन बी इक्वल टू 1। जे मैंने इदा बनाना हो x अपॉन a प्लस वाई अपॉन माइनस बी इक्वल टू 1 लिखी सकती, यानी कि इथों इन्ना पता लग गया x का इंटरसेप्ट किन्ने ते a ते y का किन्ना माइनस b ते। कुछ लाइन इदा होएगी। क्लियर, मैं इत्थे थोड़ी बना के दस दिंदी हां। मान लो ये साडे को x y एक्सिस है ना, x अपॉन x का इंटरसेप्ट हुंदा, इंटरसेप्ट फॉर्म दी इक्वेशन आ, ये हो गया a, y अपॉन y का इंटरसेप्ट माइनस b है, इसलिए मैं नीचे ले लिया। ठीक है, इतने मान लो इतने तक हो गया माइनस बी। ये पॉइंट की आ गए a0 एंड दिस इज 0 कॉमा माइनस बी। ये वाले पॉइंट आ गए, ए होगी साडे कोल इंटरसेप्ट निकल गए। द इक्वेशन ऑफ लाइन, ओके, ये कट कर रहे ने x नु एट पॉइंट p, यानी ये तेरा पॉइंट p आ। ये जे कट कीता ना a ते 0 ते a पॉइंट p आ। द इक्वेशन ऑफ लाइन थ्रू p परपेंडिकुलर टू ए गिवन लाइन। अच्छा, इस लाइन दे जेडी परपेंडिकुलर लाइन होएगी, पहला ते ए लाइन दी इक्वेशन बना लो, इथों इनु सही करके लिख लो, की बन जाएगा bx माइनस ay इज इक्वल टू ab। परपेंडिकुलर की करना होंदा, कोएफिशिएंट जस्ट चेंज करने होंदे ते सेंटर वाला साइन चेंज करना होंदा। ax प्लस by प्लस k पा के लिख दीदा, ए बन गई एदे लाइन जेडी परपेंडिकुलर है ओदी इक्वेशन। ते द इक्वेशन ऑफ लाइन ते ए पास किस पॉइंट तो कर रही है p पॉइंट चो, यानी ते पासिंग पॉइंट दिते है, पास कितों कर रही a ते 0 तो, क्योंकि कहना द इक्वेशन ऑफ लाइन थ्रू p परपेंडिकुलर टू ए गिवन लाइन, जेडी गिवन लाइन है ओदे परपेंडिकुलर बनानी ते पास कर रही है p पॉइंट हम दसदा सी ज्यादा ते कट कर रहा उस पॉइंट ते x एक्सिस ते। इथों पास कराओगे तो देखो a स्क्वायर बन जाएगा प्लस 0 प्लस k इक्वल टू 0, तो k आ जाएगा माइनस a स्क्वायर। इत्थे तुसी k दी वैल्यू पुट कर दो, क्योंकि यही लाइन दे परपेंडिकुलर सी। ax प्लस by, k दी वैल्यू माइनस a स्क्वायर, इधर जाके प्लस a स्क्वायर हो जाएगी ना। सो ये आ जाएगा ax प्लस by है साडे को ऑप्शन है इक्वल टू a स्क्वायर। ऑप्शन नंबर बी इज करेक्ट, ax प्लस by इक्वल टू a स्क्वायर। देखो कह की रहा, कहंदा एक लाइन ना कट कर रही x एक्सिस पे एट पॉइंट p, आई आह बना ली मैं, ये p पॉइंट ते कट कर रही है, पॉइंट निकल गए। इक्वेशन लाइन दी पता करनी जेडी इहदी लाइन परपेंडिकुलर होवे, पहला तो इस लाइन
लाइन की इक्वेशन मैं लिख ली ਉਹਦੇ परपेंडिकुलर ਦੀ बना ली ਤੇ ਉਹ ਕਹਿੰਦਾ ਪਾਸ ਕਰ ਰਹੀ ਹੈ ਤੋਂ P ਦੇ ਵਿੱਚੋਂ ਆ ਵਾਲੇ ਪੁਆਇੰਟ ਚੋਂ ਉਹ ਪੁਆਇੰਟ ਪਾਸ ਕਰਾ ਕੇ ਤੁਹਾਨੂੰ ਪਤਾ ਤਾਂ K ਦੀ ਕੰਡੀਸ਼ਨ K ਨਿਕਲ ਜਾਂਦਾ ਕਾਂਸਟੈਂਟ ਨਿਕਲ ਜਾਂਦਾ ਕਲੀਅਰ ਸੋ ਨੈਕਸਟ ਸਮ ਕਰਦੇ ਹਾਂ ਕਨਸੈਪਟ ਉਹੀ ਲੱਗ ਰਹੇ ਨੇ ਬਸ ਇਹ ਆ ਕਿ ਤੁਹਾਨੂੰ ਇਹ ਚੀਜ਼ਾਂ ਕਲੀਅਰ ਹੋਣੀਆਂ ਚਾਹੀਦੀਆਂ next if a line this line is parallel to y axis then value of lambda option है -7 या माइनस ओके पैरेलल टू y एक्सिस देखो कोई भी लाइन ਜਿਹੜੀ ਪੈਰਲਲ ਹੋਏਗੀ y ਐਕਸਿਸ ਤੇ ਉਹਦਾ x ਨਾਲ ਐਂਗਲ ਕਿੰਨਾ ਹੋਏਗਾ 90 ਡਿਗਰੀ ਤੇ ਸਲੋਪ ਕੀ ਹੁੰਦੀ tan ਥੀਟਾ ਥੀਟਾ ਇਜ਼ ਦ ਐਂਗਲ ਵਿਦ ਦ ਪੋਜ਼ਿਟਿਵ ਡਾਇਰੈਕਸ਼ਨ ਆਫ x ਐਕਸਿਸ ਠੀਕ ਹੈ tan 90 ਕਿੰਨਾ ਹੋ ਜਾਏਗਾ ਇਨਫਿਨਿਟੀ ਯਾਨੀ ਇੰਨਾ ਪਤਾ ਉਹਦੀ ਸਲੋਪ ਜਿਹੜੀ ਕਿਤੇ ਨਾ ਕਿਤੇ ਇਨਫਾਈਨਾਈਟ ਬਣਦੀ ਹੋਣੀ ਅਸੀਂ ਸਲੋਪ ਤੇ ਚੱਕਦੇ ਹਾਂ 6x ਪਹਿਲਾਂ x ਵਾਲੇ ਇਕੱਠੇ ਕਰ ਲਓ 6x 6 plus 3 lambda into x ओके y वाले इकट्ठे कर लेने हैं प्लस y सॉरी -7 प्लस सॉरी -7 माइनस लैम्डा into y ओके -7 ਤੇ माइनस लैम्डा into y प्लस 8 ਤੇ प्लस 5 लैम्डा इक्वल टू 0 बन गया एक लाइन की इक्वेशन की होंगी स्लोप is equals to minus coefficient of x upon coefficient of y यही होंगी साडे कोल minus coefficient of x upon coefficient of y ये चीज होगी हुण ये साडे को की है स्लोप ਤੁਹਾਨੂੰ ਪਤਾ ਜਿਹੜੀਆਂ ਵੀ ਲਾਈਨ ਆਪਸ ਵਿੱਚ ਪੈਰਲਲ ਹੁੰਦੀਆਂ ਜਿਹੜੀਆਂ ਵੀ ਲਾਈਨ ਪੈਰਲਲ ਹੁੰਦੀਆਂ ਉਹਨਾਂ ਦੀ ਸਲੋਪ ਸੇਮ ਹੁੰਦੀ ਯਾਨੀ ਇਹ ਸਲੋਪ ਇਨਫਿਨਾਈਟ ਬਣਨੀ ਚਾਹੀਦੀ ਆ ਸਲੋਪ ਇਨਫਿਨਾਈਟ ਕਦੋਂ ਹੋਗੀ ਜਦੋਂ ਨੀਚੇ ਕੀ ਬਣੇਗਾ 0 यानी जे आ चीज 0 हो जाए साडे को स्लोप की क्योंकि समथिंग 0 कैसे भी नीचे 0 आएगा देन इन्फिनिटी हो जाएगा ठीक है कंडीशन है देखो इतने कमा के उन्हें चीज में पाया सो -7 माइनस लैम्डा इक्वल टू 0 हो जाएगा सो इतो लैम्डा की वैल्यू की आ जाएगी -7 क्लियर हो रहा लाइन सी कहना पैरेलल टू y एक्सिस ता लैम्डा की वैल्यू दसो की होएगी पैरेलल टू y एक्सिस मेरे दिमाग च आया कि जेडी लाइन पैरेलल टू ए हैगा x एक्सिस ਇਹ ਹੈਗਾ y ਐਕਸਿਸ ਯਾਨੀ ਜਿਹੜੀ ਲਾਈਨ ਪੈਰਲਲ ਹੋਏਗੀ y ਐਕਸਿਸ ਦੈਟ ਮੀਨਸ ਜੇ y ਐਕਸਿਸ ਤੇ ਆਪਾਂ ਸਲੋਪ ਤੁਹਾਨੂੰ ਪਤਾ ਨਾ ਸਲੋਪ ਨਾਲ ਉਹਦੇ ਵੈਸੇ ਪੈਰਲਲ ਤੇ ਨਹੀਂ ਹੁੰਦੀ ਤੁਸੀਂ ਉਹਦਾ x ਨਾਲ ਕੋਈ ਐਂਗਲ ਹੋਣਾ ਚਾਹੀਦਾ ਜੇ ਅਸੀਂ y ਨਾਲ ਦੇਖ ਲਈ x ਨਾਲ ਐਂਗਲ ਕਿੰਨਾ ਹੋ ਗਿਆ 90 ਡਿਗਰੀ ਹੋ ਗਿਆ ਨਾ tan 90 ਦਾ ਇਨਫਾਈਨਾਈਟ ਹੋ ਜਾਂਦਾ ਠੀਕ ਹੈ ਇਨਫਾਈਨਾਈਟ ਯਾਨੀ ਕਿ ਇੰਨਾ ਪਤਾ ਲੱਗ ਗਿਆ ਜਿਹੜੀ ਵੀ ਲਾਈਨ ਪੈਰਲਲ ਹੁਣ ਪੈਰਲਲ ਜੇ y ਐਕਸਿਸ ਦੀ ਸਲੋਪ ਤੇ ਇਨਫਾਈਨਾਈਟ ਆ ਤਾਂ ਉਹਦੇ ਪੈਰਲਲ ਵੀ ਜਿਹੜੀ ਲਾਈਨ ਹੋਗੀ ਸਲੋਪ ਸੇਮ ਰਹਿੰਦੀਆਂ ਅਸੀਂ ਇਸ ਲਾਈਨ ਦੀ ਸਲੋਪ ਕੱਢ ਲਈ ਮਾਈਨਸ ਕੋਐਫੀਸ਼ੀਐਂਟ ਆਫ x अपॉन कोएफिशिएंट ऑफ y ਤੇ ਹੁਣ ਮੈਨੂੰ ਪਤਾ ਮੈਨੂੰ ਇਨਫਾਈਨਾਈਟ ਬਣਾਉਣਾ ਹੋਲੀ ਮੈਨੂੰ ਨੀਚੇ ਵਾਲੀ ਚੀਜ਼ ਨੂੰ ਕੀ ਬਣਾਉਣਾ ਪਏਗਾ 0 ਉੱਥੇ ਮੈਂ ਲੈਂਬਡਾ ਦੀ ਵੈਲਿਊ ਪੜ੍ਹਨੀ ਸੋ ਆਪਸ਼ਨ A ਇਜ਼ ਕਰੈਕਟ ਨਾਓ ਲਾਸਟ ਕੁਐਸਚਨ and then we will finish it okay last is the line x cos alpha सॉरी इतने प्लस का साइन आना ये किसी ने इनको कंफ्यूजन होगा ਇਹਦੇ ਨੰਬਰ ਨਾ ਐਡ ਕਰੇ ਠੀਕ ਹੈ x cos alpha plus y sin alpha equal to p1 first line next is x cos beta plus y sin beta equal to p2 ਇਹ perpendicular ਆ एंगल किन्ने ले ठीक आ सानू पता जो दो लाइन आपस में परपेंडिकुलर होंगी स्लोप का प्रोडक्ट की होएगा -1 पहला ਇਹਦੀ स्लोप देख लो ਇਹਦੀ स्लोप की आ जाएगी मान लो m1 मान लो माइनस कोएफिशिएंट ऑफ x अपॉन कोएफिशिएंट ऑफ y ਇਹਦੀ स्लोप कर लो माइनस कोएफिशिएंट ऑफ x अपॉन कोएफिशिएंट ऑफ y ਹੁਣ ਜੇ ਦੋ ਲਾਈਨ ਆਪਸ ਵਿੱਚ परपेंडिकुलर ਆ ਉਹਨਾਂ ਦੀ स्लोप ਦਾ प्रोडक्ट ਕੀ ਹੁੰਦਾ -1 यानी cos अल्फा अपॉन sin अल्फा into minus cos beta upon sin beta equal to -1 ये कितना होया ना आपका सो माइनस ना माइनस से कैंसिल करनी ना माइनस माइनस मल्टीप्लाई प्लस हो जाएगा इतने आपका कंडीशन आती प्रोडक्ट दी m1 into m2 equal to -1 ओके सो इतो देखते हैं साडे को की बन गया cos अल्फा cos beta upon sin अल्फा sin beta में इधर ला जाना माइनस sin अल्फा sin beta ये चीज बन गई इंप्लाइज टू क्योंकि आ दोनों का प्रोडक्ट इधर जाके -2 हो जाना इतना बन गया cos अल्फा cos बीटा sin अल्फा sin बीटा इधर आके प्लस तो हो जाएगा प्लस sin अल्फा sin बीटा इज इक्वल टू हो जाएगा 1 एक ਇਹਦਾ ਫਾਰਮੂਲਾ ਹੁੰਦਾ cos a cos b plus sin a sin b cos a minus b सो इतना आ गया cos अल्फा minus बीटा cos अल्फा minus बीटा सॉरी इथों की ਕੀਤਾ ਆਪਾਂ ਇੱਥੇ 0 ਆਏਗਾ ਸਾਡੇ ਕੋਲ
0 ਹੋ ਗਿਆ। ਇਹਨੂੰ ਜਦੋਂ ਮੈਂ ਇੱਧਰ ਲੈ ਆਈ sin अल्फा प्लस sin बीटा, ਇੱਧਰ ਕੀ ਰਹਿ ਗਿਆ ਸਾਡੇ ਕੋਲ 0, ਯਾਨੀ cos अल्फा माइनस बीटा इक्वल टू 0। cos ਕਿੰਨੇ ਤੇ 0 ਹੁੰਦਾ, cos ਦੀ ਵੈਲਿਊ 0 ਕਿੰਨੇ ਤੇ ਆਂਦੀ, π/2 ਤੇ, ਯਾਨੀ ਇਹ ਐਂਗਲ ਕਿੰਨਾ ਹੋਣਾ π/2 ਤੇ ਪਲੱਸ ਦੇ ਵਿੱਚ ਮੋਡ ਚ, ਠੀਕ ਹੈ। ਕਿਉਂਕਿ ਫਿਰ ਇਹਦਾ ਆंसर ਆਏਗਾ 0, ਯਾਨੀ अल्फा माइनस बीटा ਕਿੰਨੇ ਤੇ ਹੋਏਗਾ π/2 ਤੇ, ਫਿਰ ਇਹਦਾ ਐਂਗਲ ਮੋਡ ਆਫ अल्फा माइनस बीटा ਧਿਆਨ ਰੱਖਣਾ, ਠੀਕ ਹੈ। ਮੋਡ ਚ ਦੀ ਵੈਲਿਊ ਹੋਏਗੀ ਤਾਂ ਇਹ π/2 ਤੇ, ਫਿਰ ਇਹ ਕੀ ਬਣ ਜਾਏਗਾ 0। ਇੱਕ ਵਾਰੀ ਫਿਰ ਦੇਖ ਲਓ, ਦੋ ਲਾਈਨਸ ਦਿੱਤੀਆਂ ਹੀ, ਕਹਿੰਦਾ ਇਹ ਪਰਪੈਂਡੀਕੁਲਰ ਆ, ਤੁਸੀਂ ਦੋ ਲਾਈਨਸ ਆਪਸ ਵਿੱਚ ਪਰਪੈਂਡੀਕੁਲਰ ਤਾਂ ਐਂਗਲ ਪਤਾ ਕਰਨਾ ਹੈ। ਸਾਨੂੰ ਪਤਾ ਕੀ ਕੰਡੀਸ਼ਨ ਐਂਗਲ ਦੀ ਸੀਗੀ ਪੁੱਛੀ ਉਹਨੇ, ਦੋ ਲਾਈਨ ਪਰਪੈਂਡੀਕੁਲਰ ਆ, ਸਾਨੂੰ ਇੱਕੋ ਗੱਲ ਪਤਾ ਜੇ ਦੋ ਲਾਈਨ ਪਰਪੈਂਡੀਕੁਲਰ ਹੋਣ ਉਹਦੀ ਸਲੋਪ ਦਾ ਪ੍ਰੋਡਕਟ ਇਕੁਅਲ ਟੂ -1 ਹੁੰਦਾ ਹੈ। ਯਾਦ ਕੀਤਾ ਆਪਾਂ, ਦੋਵੇਂ ਸਲੋਪ ਦਾ ਪ੍ਰੋਡਕਟ ਇਕੁਅਲ ਟੂ -1 ਰੱਖ ਲਿਆ। ਇੱਥੋਂ ਆ ਗਿਆ cos अल्फा cos बीटा अपॉन sin अल्फा sin बीटा, मैं इधर लगी माइनस आ गया sin अल्फा sin बीटा, मैं इधर लाई cos अल्फा cos बीटा प्लस sin अल्फा sin बीटा इक्वल टू 0। ये cos अल्फा cos बीटा प्लस sin अल्फा sin बीटा के फॉर्मूला ਹੁੰਦਾ cos a माइनस b, दैट इज इक्वल टू ਕੀ ਆ ਗਿਆ 0। cos ਕਿੰਨੇ ਤੇ 0 ਹੋਏਗਾ, ਜਿੱਦਾਂ ਮੈਂ ਲਿਖਣਾ ਹੋਵੇ cos π/2 ਤੇ, तो ਇੱਥੋਂ ਆ ਗਿਆ अल्फा माइनस बीटा इक्वल टू π/2, ਇੱਕ ਪੋਜ਼ਿਟਿਵ ਹੋਣਾ ਚਾਹੀਦਾ, ਠੀਕ ਹੈ। ਸੋ ਇਸ ਕਰਕੇ ਮੋਡ, ਸੋ ਆਨਸਰ ਆਏਗਾ ਨਾ ਆਪਸ਼ਨ ਨੰਬਰ ਬੀ। ਸੋ ਇਹ ਸੀਗੇ ਜਿਹੜੇ ਸਾਰੇ ਮਾਸਟਰ ਗ੍ਰੇਡ ਦੇ ਕੁਐਸਚਨ ਆਏ ਸੀ, ਤੇ ਬਾਕੀ ਇਹ ਹੈ ਕਿ ਤੁਸੀਂ ਜਿੰਨੇ ਵੀ ਇਹਦੇ ਕੁਐਸਚਨਸ ਹੈਗੇ ਆ ਉਹ ਧਿਆਨ ਨਾਲ ਕਰ ਲੈਣੇ ਆ, ਕਿਉਂਕਿ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੇ ਆ, ਤੇ ਆਪਣੇ ਕੁਐਸਚਨ ਓਨੈਸਟਲੀ ਮੈਨੂੰ ਕਮੈਂਟ ਬਾਕਸ ਦੱਸਣਾ। ਥੈਂਕਸ ਫॉर ਵਾਚਿੰਗ ਦ ਵੀਡੀਓ।